Good morning, students. This is Amit Verma, and I am a lecturer of Mechanical Department in Satyam Polytechnic College. ਅੱਜ ਦਾ ਜੋ ਮੇਨ ਟੌਪਿਕ ਹੈ ਉਹ ਮੋਸਟ ਇੰਪੋਰਟੈਂਟ ਟੌਪਿਕ ਹੈ ਹੌਰਨਿੰਗ ਪ੍ਰੋਸੈਸ, ਜਿਹੜਾ ਕਿ ਮੈਂ ਮੈਟਲ ਫਿਨਿਸ਼ਿੰਗ ਪ੍ਰੋਸੈਸ ਦੇ ਵਿੱਚੋਂ ਲਿਆ ਹੈ। ਮੈਟਲ ਫਿਨਿਸ਼ਿੰਗ ਪ੍ਰੋਸੈਸ ਦੇ ਵਿੱਚ ਸਭ ਤੋਂ ਫਸਟਲੀ ਜੋ ਯੂਜ਼ ਕਰਨ ਵਾਲਾ ਪ੍ਰੋਸੈਸ ਹੈ ਉਹ ਹੈਗਾ ਹੌਰਨਿੰਗ ਪ੍ਰੋਸੈਸ। ਹੌਰਨਿੰਗ ਪ੍ਰੋਸੈਸ ਜੋ ਨਾਮ ਪਿਆ ਆ ਉਹ ਹੌਰਨ ਤੋਂ ਪਿਆ ਹੋਇਆ। ਮੀਨਸ ਜੋ ਹੌਰਨਿੰਗ ਪ੍ਰੋਸੈਸ ਹੈ, ਆਪਾਂ ਸਿਲੰਡਰੀਕਲ ਸਰਫੇਸ ਦੀ ਜੋ ਫਿਨਿਸ਼ਿੰਗ ਹੈ, ਇੰਟਰਨਲ ਸਰਫੇਸਿੰਗ ਫਿਨਿਸ਼ ਹੈ ਜੋ ਸਿਲੰਡਰਸ ਦੀ, ਉਸ ਨੂੰ ਫਿਨਿਸ਼ਿੰਗ ਦੇਣ ਦੇ ਲਈ ਹੌਰਨਿੰਗ ਪ੍ਰੋਸੈਸ ਦਾ ਯੂਜ਼ ਕੀਤਾ ਜਾਂਦਾ। ਠੀਕ ਹੈ। Honing process can be considered as a machining process because it involves metal removal in the form of microchips। ਠੀਕ ਹੈ, ਇਹ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਜੋ ਮੈਟਲ ਰਿਮੂਵ ਹੁੰਦਾ ਮਾਈਕਰੋਚਿਪਸ ਦੇ ਵਿੱਚ ਹੁੰਦਾ, ਛੋਟੀ ਛੋਟੀ ਚਿਪਸ ਦੇ ਵਿੱਚ ਹੁੰਦਾ। Horn is used for cylindrical tool rest with some abrasive materials। ਜੋ ਹੌਰਨ ਦਾ ਜੋ ਟੂਲ ਹੁੰਦਾ ਆ ਉਹ ਸਿਲੰਡਰੀਕਲ ਸ਼ੇਪ ਦੇ ਵਿੱਚ ਹੁੰਦਾ, ਅਤੇ ਉਹਦੇ ਜੋ ਸਰਾਊਂਡਿੰਗ ਜੋ ਮਟੀਰੀਅਲ ਲੱਗਾ ਹੁੰਦਾ ਉਹ ਅਬਰੈਸਿਵ ਮਟੀਰੀਅਲ ਲੱਗਾ ਹੁੰਦਾ, ਜਿਸ ਦੇ ਦੁਆਰਾ ਕੀ ਹੁੰਦਾ ਆ ਕਿ ਜੋ ਇੰਟਰਨਲ ਸਰਫੇਸ ਹੁੰਦਾ ਹੈ, ਸਿਲੰਡਰੀਕਲ ਸਰਫੇਸ ਹੁੰਦਾ, ਉਸ ਦੀ ਆਪਾਂ ਗ੍ਰਾਈਂਡਿੰਗ ਕਰਦੇ ਹਾਂ, ਉਸ ਨੂੰ ਆਪਾਂ ਸਰਫੇਸ ਫਿਨਿਸ਼ਿੰਗ ਦਿੰਦੇ ਹਾਂ। ਦਿਸ ਅਬਰੈਸਿਵ ਮਟੀਰੀਅਲ ਯੂਜ਼ ਇਨ ਦੀ ਫਾਰਮ ਆਫ ਸਟਿਕ ਵਿਚ ਆਰ ਮਾਊਂਟਡ ਔਨ ਦੀ ਮੈਟਲ। ਸੋ ਇੱਕ ਜੋ ਅਬਰੈਸਿਵ ਮਟੀਰੀਅਲ ਹੁੰਦਾ ਉਹ ਸਟਿਕ ਦੀ ਫਾਰਮ ਦੇ ਵਿੱਚ ਹੁੰਦਾ, ਤੁਹਾਨੂੰ ਡਾਇਗਰਾਮ ਦੇ ਜ਼ਰੀਏ ਪਤਾ ਲੱਗ ਜਾਊਗਾ। ਉਹ ਜੋ ਸਟਿਕਸ ਹੁੰਦੀਆਂ ਆ ਉਹ ਇੱਕ ਸਿਲੰਡਰੀਕਲ ਸਰਫੇਸ ਦੇ ਉੱਪਰ ਲੱਗੀਆਂ ਹੁੰਦੀਆਂ। ਠੀਕ ਹੈ, ਇੱਕ ਮੈਂਡਰਲ ਜਿਸ ਨੂੰ ਕਹਿ ਦਿੰਦੇ, ਉਸ ਦੇ ਉੱਪਰ ਲੱਗੀਆਂ ਹੁੰਦੀਆਂ। ਦਿਸ ਪ੍ਰੋਸੈਸ ਯੂਜ਼ ਫॉर ਅਚੀਵ ਐਕੂਰੇਟ ਡਾਇਮੈਂਸ਼ਨ ਇਨ ਸਿਲੰਡਰੀਕਲ ਹੋਲ। ਸੋ ਸਿਲੰਡਰੀਕਲ ਹੋਲਸ ਦੇ ਵਿੱਚ ਐਕੂਰੇਟ ਡਾਇਮੈਂਸ਼ਨਸ ਦੇਣ ਵਾਸਤੇ ਆਪਾਂ ਹੌਰਨਿੰਗ ਸਰਫੇਸ ਫਿਨਿਸ਼ਿੰਗ ਪ੍ਰੋਸੈਸ ਕਰਦੇ ਹਾਂ। ਸੋ ਆਹ ਆਪਣੇ ਸਾਹਮਣੇ ਅੱਜ ਹੈ ਸਿਲੰਡਰੀਕਲ ਟੂਲ, ਜੋ ਸਟਿਕ ਦੀ ਫਾਰਮ ਵਿੱਚ ਅਬਰੈਸਟਿਵ ਸਟਿਕਸ ਲੱਗੀਆਂ ਹੋਈਆਂ ਯੈਲੋ ਕਲਰ ਦੀਆਂ। ਜੋ ਦੂਸਰਾ ਪਾਰਟ ਹੈ ਉਸ ਨੂੰ ਸਪਿੰਡਲ ਮੈਂਡਰਲ ਵੀ ਕਹਿ ਦਿੰਦੇ ਹਾਂ। ਇਸ ਨੂੰ ਹੌਰਨ ਕਹਿੰਦੇ ਆ। ਠੀਕ ਹੈ, ਇਹ ਹੌਰਨਿੰਗ ਟੂਲ ਹੈ। ਨੈਕਸਟ ਹੈ ਵਰਕਿੰਗ ਹੀ ਹੁੰਦੀ ਹੈ। ਇਨ ਹੌਰਨਿੰਗ ਪ੍ਰੋਸੈਸ ਵੈਲ ਡਰੈਸਡ ਸਿਲੰਡਰੀਕਲ ਟੂਲ ਰੋਟੇਟ ਐਟ ਇਟਸ ਔਨ ਐਕਸਿਸ। ਹੌਰਨਿੰਗ ਪ੍ਰੋਸੈਸ ਦੇ ਵਿੱਚ ਇੱਕ ਸਿਲੰਡਰੀਕਲ ਟੂਲ ਆਪਣੀ ਹੀ ਐਕਸਿਸ ਦੇ ਉੱਤੇ ਰੋਟੇਟ ਕਰਦਾ ਆ। ਦਿਸ ਟੂਲ ਡਾਇਆਮੀਟਰ ਇਜ਼ ਆਲਮੋਸਟ ਇਕੁਅਲ ਟੂ ਦੀ ਵਰਕਪੀਸ ਇੰਟਰਨਲ ਡਾਇਆਮੀਟਰ। ਸੋ ਜੋ ਵਰਕਪੀਸ ਦਾ ਇੰਟਰਨਲ ਡਾਇਆਮੀਟਰ ਹੋਏਗਾ ਉਸ ਦੇ ਅਕੋਰਡਿੰਗ ਹੀ ਆਪਾਂ ਜੋ ਹੌਰਨਿੰਗ ਟੂਲ ਹੈ ਉਹ ਯੂਜ਼ ਕਰਾਂਗੇ। ਜਿੰਨਾ ਡਾਇਆਮੀਟਰ ਹੌਰਨਿੰਗ ਟੂਲ ਦਾ ਹੋਏਗਾ ਉਨਾ ਹੀ ਇੰਟਰਨਲ ਡਾਇਆਮੀਟਰ ਵਰਕਪੀਸ ਦਾ ਹੋਏਗਾ। This tool rotate at its own axis and also reciprocate which allow to remove material in the form of microchips। ਜਿਹੜਾ ਟੂਲ ਹੋਏਗਾ ਉਹ ਆਪਣੀ ਐਕਸਿਸ 'ਤੇ ਵੀ ਰੋਟੇਟ ਕਰੇਗਾ ਐਂਡ ਰੈਸੀਪ੍ਰੋਕੇਟ ਕਰੇਗਾ upward and downward। It can achieve tolerance of about 0.25 to 1.5 microns। ਜੋ ਟੋਲਰੈਂਸ ਹੋਏਗੀ ਉਹ 0.25 to 1.5 ਮਾਈਕਰੋਨਸ ਦੇ ਵਿੱਚ ਹੋਏਗੀ। This cutting form a cross lay hatch pattern at workpiece। In honing process a well dressed ਇਹ ਦੁਬਾਰਾ ਹੋ ਗਿਆ। ਆਹ ਆਪਣਾ ਹੈ ਹੌਰਨਿੰਗ ਪ੍ਰੋਸੈਸ। ਸੋ ਜੋ ਟੂਲ ਹੈ ਰੈਸੀਪ੍ਰੋਕੇਟ ਕਰਦਾ ਹੈ ਅਪਵਰਡ ਐਂਡ ਡਾਊਨਵਰਡ ਐਂਡ ਰੋਟੇਟ ਵੀ ਕਰਦਾ ਹੈ ਆਪਣੀ ਐਕਸਿਸ ਦੇ ਉੱਪਰ। ਨੀਚੇ ਹੈ ਵਰਕਪੀਸ। Next ਹੈ types of honing। First ਹੈ manual honing। In this type of honing the horn rotate continuously and workpiece is moved front and back manually। This process rarely used nowadays। So manual ਜੋ honing ਹੈ manually use ਕੀਤੀ ਜਾਂਦੀ ਹੈ by hand। ਜੋ honing tool ਹੈ continuously rotate ਕਰਦਾ ਹੈ ਆਪਣੀ ਐਕਸਿਸ ਦੇ ਉੱਪਰ। ਜੋ workpiece ਹੈ ਉਹ front back ਆਉਂਦਾ ਆ। ਮੀਨਸ ਕਿ ਇਸ ਦੇ ਵਿੱਚ ਜੋ ਹੌਰਨਿੰਗ ਟੂਲ ਹੈ ਉਹ ਰੈਸੀਪ੍ਰੋਕੇਟ ਨਹੀਂ ਕਰਦਾ,
ਵਰਕ ਪੀਸ ਅੱਗੇ ਪਿੱਛੇ ਜਾਂਦਾ ਜਿਸ ਦੇ ਦੁਆਰਾ ਮੈਟਰ ਰਿਮੂਵ ਹੁੰਦਾ ਹੈ। ਸੋ ਇਹ ਬਾਏ ਹੈਂਡ ਇਸ ਨੂੰ ਆਪਾਂ ਮੈਨੂਅਲ ਓਪਰੇਟ ਕਰਦੇ ਹਾਂ। ਇਹ ਪ੍ਰੋਸੈਸ ਅੱਜ ਕੱਲ੍ਹ ਨਹੀਂ ਯੂਜ਼ ਹੁੰਦਾ ਕਿਉਂਕਿ ਆਟੋਮੈਟਿਕ ਮਸ਼ੀਨਸ CNC ਮਸ਼ੀਨਸ ਐਂਡ DMC ਮਸ਼ੀਨਸ ਆ ਗਈਆਂ। ਨੈਕਸਟ ਹੈ ਮਸ਼ੀਨ ਹੋਰਨਿੰਗ the honing process in which the horn perform combined rotary and reciprocating motion. Then there is less manual interaction called machine honing according to type of ਮਸ਼ੀਨ ਹੋਨਿੰਗ ਦਾ ਤੁਸੀਂ ਸਮਝ ਹੀ ਗਏ ਹੋਗੇ ਕਿ ਆਟੋਮੈਟਿਕ ਜੋ ਹੈ ਆਪਰੇਸ਼ਨ ਹੁੰਦਾ ਹੈ ਜਿਸ ਦੇ ਵਿੱਚ ਜੋ ਟੂਲ ਹੈ ਰੋਟੇਟ ਕਰਦਾ ਰੈਸੀਪਰੋਕੇਟ ਕਰਦਾ ਅਤੇ ਮਸ਼ੀਨਿੰਗ ਆਪਰੇਸ਼ਨ ਪਰਫੋਰਮ ਹੁੰਦਾ ਹੈ। ਇਸ ਦੇ ਉਸ ਨੂੰ ਮਸ਼ੀਨਿੰਗ ਹੋਨਿੰਗ ਕਹਿੰਦੇ ਆ। there are two type of according to type of machine this process can be classified into two types। ਮਸ਼ੀਨ ਹੋਨਿੰਗ two types ਦੇ ਅੰਦਰ ਡਿਵਾਈਡ ਹੋ ਜਾਂਦੀ ਹੈ। ਫਸਟ ਵਰਟੀਕਲ ਹੋਨਿੰਗ ਐਂਡ ਸੈਕਿੰਡ ਹੌਰੀਜ਼ੋਂਟਲ ਹੋਨਿੰਗ। ਇਸ ਦੀਆਂ ਐਡਵਾਂਟੇਜਸ ਕੀ ਹੈ? ਲੈਸ ਕੰਪਲੈਕਸ ਐਂਡ ਲੋ ਕੋਸਟ ਫਿਕਸਚਰ। ਇਸ ਦੇ ਵਿੱਚ ਜੋ ਕੰਪਲੈਕਸ ਫਿਕਸਚਰ ਹੁੰਦੇ ਆ ਉਹ ਯੂਜ਼ ਕੀਤੇ ਜਾਂਦੇ ਆ ਅਤੇ ਇਸ ਦੇ ਵਿੱਚ ਜੋ ਲੈਸ ਕੰਪਲੈਕਸ ਐਂਡ ਲੋ ਕੋਸਟ ਫਿਕਸਚਰ ਜੋ ਹੁੰਦੇ ਆ ਉਹ ਬਹੁਤ ਜ਼ਿਆਦਾ ਕੰਪਲੈਕਸ ਨਹੀਂ ਹੁੰਦੇ ਅਤੇ ਉਸਦੀ ਜੋ ਕੋਸਟ ਹੁੰਦੀ ਹੈ ਬਹੁਤ ਘੱਟ ਹੁੰਦੀ ਹੈ। ਇਟ ਇਜ਼ ਹਾਈਲੀ ਐਕੂਰੇਟ। ਇਹ ਬਹੁਤ ਐਕੂਰੇਟ ਸਰਫੇਸ ਫਿਨਿਸ਼ਿੰਗ ਦੇਣ ਦੇ ਲਈ ਹੁੰਦਾ। ਇਟ ਕੈਨ ਬੀ ਯੂਜ਼ ਫਾਰ ਬੋਥ ਲੌਂਗ ਐਂਡ ਸ਼ਾਰਟ ਬੋਰਸ। ਇਹ ਜੋ ਹੋਨਿੰਗ ਪ੍ਰੋਸੈਸ ਹੈ ਇਹ ਬਹੁਤ ਜ਼ਿਆਦਾ ਲੰਬੇ ਅਤੇ ਛੋਟੇ ਬੋਰਸ ਨੂੰ ਫਿਨਿਸ਼ਿੰਗ ਦੇਣ ਦੇ ਲਈ ਯੂਜ਼ ਕੀਤਾ ਜਾਂਦਾ। ਇਟ ਮੇਨਟੇਨ ਓਰੀਜਨਲ ਬੋਰ ਸੈਂਟਰ ਲਾਈਨ। ਸੋ ਬੋਰ ਦੀ ਜੋ ਓਰੀਜਨਲ ਸੈਂਟਰ ਲਾਈਨ ਆ ਉਸ ਨੂੰ ਵੀ ਮੇਨਟੇਨ ਕਰਦਾ, ਉਸ ਨੂੰ ਵੀ ਸਹੀ ਕਰਦਾ ਹੈ। ਐਨੀ ਮਟੀਰੀਅਲ ਕੈਨ ਬੀ ਫਿਨਿਸ਼ ਰਿਗਾਰਡਲੈਸ ਇਟਸ ਹਾਰਡਨੈਸ। ਸਾਰੇ ਮਟੀਰੀਅਲਸ ਨੂੰ ਇਹ ਫਿਨਿਸ਼ਿੰਗ ਦਿੰਦਾ ਬਜਾਏ ਬਹੁਤ ਜ਼ਿਆਦਾ ਹਾਰਡ ਨਾ ਹੋਵੇ ਮਟੀਰੀਅਲ। ਠੀਕ ਹੈ, ਥੈਂਕ ਯੂ।